गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी अनमोल रचना माई भाग परी दा अगला हिस्सा आओ प्यार नाल सरवण करिए जी। इस प्रकार दियां गल्लां बातां मगरों मां पुत विछड़े। पुत ने बाहर जाके पाठ कीता, अरदास कीती, घर आया, प्रसाद छकिया ते सौ गया। मां भी रोटी खा के सौ गई, पर पहला ठोंका घंटे को दी नींद दे मगरों खुल गया ते फिर नींद ना पवे। पुत नाल कीते बचन अखां अगे आउण, त्याग कीते बिना, टब्बर छड्डे बिना जोग एडी अचरज गल सी कि पणताणी इसनूं मन नहीं सकदी सी। पर हुण सामणे ਆਪਣੇ ਪੁੱਤ ਨੂੰ ਵੇਖਦੀ ਸੀ ਤੇ ਪੁੱਤ ਦੇ ਤਾਰਨਹਾਰ ਦੇ ਹਾਲ ਸੁਣਦੀ ਸੀ। ਕਿੰਨਾ ਚਿਰ ਸੋਚਾਂ ਸੋਚ ਕੇ ਉਸਦੇ ਮਨ ਨੇ ਐਂ ਵਿਚਾਰਿਆ ਕਿ ਹੁਣ ਕਲਯੁਗ ਹੈ, ਜੀਵਾਂ ਦੇ ਬਲ ਘਟ ਗਏ ਹਨ, ਸਤਿਆ ਤੇ ਸਤ ਦੋਵੇਂ ਨੀਵੇਂ ਹੋ ਗਏ ਹਨ। ਨਾ ਸਰੀਰ ਵਿੱਚ ਤਤਖਿਆ ਦਾ ਬਲ ਹੈ, ਨਾ ਮਨ ਵਿੱਚ ਤਿਆਗ ਲਈ ਕਾਫੀ ਹੱਠ ਹੈ। ਭਗਵਾਨ ਨੇ ਜਗਤ ਦੀ ਕਲਿਆਣ ਕਰਨੀ ਹੋਈ, ਇਸ ਕਰਕੇ ਸੋ ਵਿਸਵਾ ਉਹ ਆਪ ਆਇਆ ਹੈ, ਜੋ ਜੀਵਾਂ ਦਾ ਉਧਾਰ ਕਿਸੇ ਸੌਖੇ ਰਸਤੇ ਕਰੇ। ਗ੍ਰਸਥ ਵਿੱਚ ਉਦਾਸ ਕੋਈ ਨਵਾਂ ਸ਼ਾਸਤਰ ਹੈ, ਨਵਾਂ ਤਰੀਕਾ ਹੈ। ਹਾਂ, ਜੁਗ ਜੁਗ ਦਾ ਅਵਤਾਰ ਹੁੰਦਾ ਆਇਆ ਹੈ, ਕਲਯੁਗ ਦਾ ਅਵਤਾਰ ਨਹੀਂ ਸੀ ਹੋਇਆ। ਹੁਣ ਇਸ ਯੁੱਗ ਦੀ ਲੋੜ ਮੁਜਬ ਆਪ ਆਇਆ ਹੋਣਾ ਹੈ, ਨਹੀਂ ਤਾਂ ਪੁੱਤਰਾਂ ਧੀਆਂ ਮਾਵਾਂ ਭੈਣਾਂ ਵਿੱਚ ਬੈਠਿਆਂ ਆਤਮਾ ਦੀ ਕਲਿਆਣ ਕਿਵੇਂ। ਹਾਂ ਸੱਚੀ, ਬੱਚਾ ਆਖਦਾ ਸੀ ਮੈਂ ਦਰਸ਼ਨ ਕੀਤਾ ਹੈ ਤਾਂ ਮੇਰੇ ਅੰਦਰ ਜਾ ਵਸੇ ਤੇ ਹੁਣ ਤੱਕ ਵਸਦੇ ਹਨ। ਇਹ ਅੰਦਰ ਕੌਣ ਵਸ ਸਕਦਾ ਹੈ? ਇਹ ਪ੍ਰਤੱਖ ਸ਼ਕਤੀ ਹੈ, ਇਹ ਕਰਾਮਾਤ ਹੈ, ਇਹ ਅਵਤਾਰ ਦੀ ਨਿਸ਼ਾਨੀ ਹੈ। ਤਾਰਨਹਾਰ ਠੀਕ ਹੈ, ਭਲਾ ਸੇਵਾਦਾਸ ਐਡਾ ਮਖੌਲੀਆ ਰਾਹ ਜਾਂਦੇ ਨੂੰ ਜੁਗਤ ਕਰੇ। ਇਹ ਕਿਸ ਤੋਂ ਸੱਟ ਖਾਂਦਾ ਸੀ? ਸੱਟ ਵੀ ਕਈ ਖਾਦੀ ਸੂ। ਮੇਰਾ ਦੁਲਾਰਾ, ਵੋਟੀ ਦਾ ਪਿਆਰਾ, ਬਾਲਾਂ ਦਾ ਪ੍ਰੇਮੀ ਕਿਸ ਤਰ੍ਹਾਂ ਆਪਣੇ ਧਿਆਨ ਮਗਨ ਰਹਿੰਦਾ ਹੈ। ਅਸੀਂ ਜਾਂ ਤਾਂ ਦੁਖੀ ਹੈ, ਉਦਾਸ ਹੈ, ਪਰ ਉਹ ਅੰਦਰੋਂ ਲਾਲ ਗੁਲਾਲ ਸੀ। ਵਾਹ ਵਾਹ ਮੇਰੇ ਲਾਲ, ਤੂੰ ਠੀਕ ਠੋਕਰ ਖਾਦੀ, ਕਿਸੇ ਨੂੰ ਮਖੌਲ ਕੀਤਾ, ਸਿਪਾਹੀਜ਼ਾਦੇ ਨੂੰ। ਮਖੌਲੋਂ ਦ੍ਰੋਪਦੀ ਮਾਰੀ ਗਈ, ਪਰ ਤੂੰ ਤਰ ਗਿਆ। ਸਿਪਾਹੀ ਜੋਗੀ ਹੋ, ਕੁਸ਼ਲ ਜੋਗੀ ਜਿਸਨੇ ਮਖੌਲ ਦੇ ਬਦਲੇ ਪੁੱਤ ਨੂੰ ਸੱਚੇ ਮਾਰਗ ਪਾ ਦਿੱਤਾ। ਵਾਹ ਵਾਹ ਭਾਗ ਹੋਏ। ਜੇ ਪੁੱਤ ਘਰੋਂ ਨਾ ਟੁਰ ਜਾਏ ਤੇ ਜੋ ਕਮਾਏ ਤਾਂ ਮੈਂ ਕਿਉਂ ਉਧਰਾਂ? ਖੁਸ਼ ਨਾ ਹੋਵਾਂ, ਸ਼ੁਕਰ ਨਾ ਕਰਾਂ? ਅੱਜ ਮਿਹਨਾਵੰਤੀ ਹੁੰਦੀ ਕਿਉਂ ਰੋ ਰੋ ਮਰਦੀ? ਪੁੱਤ ਨੂੰ ਤਖਤ ਤੇ ਬੈਠਾ ਜੋ ਕਮਾਂਦਾ ਵੇਖਦੀ। ਪਰ ਜੁਗਾਂ ਦੇ ਧਰਮ, ਹਾਂ ਪਿੰਗਲਾ ਕਿਉਂ ਰੋ ਰੋ ਮਰਦੀ? ਕਿਉਂ ਨਾ ਭਰਥਰੀ ਰਾਜ ਕਮਾਂਦਾ ਤੇ ਪਿੰਗਲਾਂ ਦੇ ਮੰਦਰਾਂ ਵਿੱਚ ਰਾਤ ਭੋਜਨ ਵਿੱਚ ਲਾਂਦਾ, ਤੇ ਪਿੰਗਲਾਂ ਦੇ ਮੰਦਰਾਂ ਵਿੱਚ ਰਾਤ ਭਜਨ ਵਿੱਚ ਲਾਂਦਾ। ਵੇਖਾਂ ਅਸੀਂ ਸੋ ਗਏ ਹਾਂ, ਪੁੱਤ ਸੌ ਗਿਆ ਹੈ, ਅੱਧੀ ਰਾਤ ਬੀਤੀ ਹੈ। ਵੇਖੋ ਲਾਲ ਖੁੰਭ ਵਾਂਗੂ ਉੱਠ ਬੈਠਾ ਹੈ, ਆਪਣੇ ਮੰਜੇ ਤੇ ਹੀ ਆਸਨ ਲਾਏ ਧਿਆਨ ਮਗਨ ਹੈ। ਪਿੰਗਲਾ ਆਖਦੀ ਸੀ ਬਾਗ ਵਿੱਚ ਬੰਗਲਾ ਪਵਾ ਦੇਂਦੀ ਹਾਂ, ਤੂੰ ਜੋਗ ਕਮਾ ਮੈਂ ਦਰਸ਼ਨ ਕਰਾਂ। ਪਰ ਭਰਥਰੀ ਆਖੇ ਜੋਗ ਹੋ ਹੀ ਨਹੀਂ ਸਕਦਾ। ਦੇਖੋ ਮੇਰੀ ਕਰਮਾਂ ਵਾਲੀ ਨੂੰਹ ਦਾ ਪਤੀ ਕਿਸ ਤਰ੍ਹਾਂ ਸਾਨੂੰ ਸੁੱਤਾ ਜਾਣ ਕੇ ਘਰ ਨੂੰ ਬੰਨ ਬਣਾ ਬੈਠਾ ਹੈ। ਹੁਣ ਘਰ ਬੰਨ ਹੈ, ਸਾਰੇ ਸੁੱਤੇ ਪਏ ਹਨ, ਸੁੱਤਾ ਮੋਇਆ ਇੱਕ ਬਰਾਬਰ ਹੈ। ਘਰ ਨੂੰ ਉਜਾੜ ਵੇਖ ਕੇ ਮੇਰਾ ਲਾਲ ਬਨਵਾਸੀ ਰਿੱਖੀ ਸਮਾਨ ਕਿਸ ਤਰ੍ਹਾਂ ਆਸਣ ਲਾ ਬੈਠਾ ਹੈ। ਸੱਚਮੁੱਚ ਇਹ ਮਾਰਗ ਨਵਾਂ ਹੈ, ਚੰਗਾ ਹੈ ਤੇ ਸੋਹਣਾ ਹੈ। ਵਿਛੋੜੇ ਦੇ ਸਲ ਤਾਂ ਨਹੀਂ ਸਹਿਣੇ ਪੈਂਦੇ। ਹਾਂ ਹੇ ਮੇਰੇ ਮਨ, ਸ਼ੁਕਰ ਹੈ ਲਾਲ ਨਹੀਂ ਵਿਛੜੇਗਾ, ਪਰ ਤੂੰ ਤਾਂ ਵਿਛੜਨਾ ਹੈ। ਤੂੰ ਬਿਰਧ ਹੈ, ਮਰਨ ਕਿਨਾਰੇ ਹੈ, ਮਰ ਕੇ ਤਾਂ ਵਿਛੜ ਸੇ। ਰੋ ਕੇ ਹਾਏ ਮੈਂ ਆਪਣੇ ਪਿਆਰੇ ਪੁੱਤ ਤੋਂ ਨਾ ਵਿਛੜ ਸਾਂ। ਹਾਏ ਮੈਂ ਕੀ ਕਰਾਂ, ਉਮਰਾਂ ਨਹੀਂ ਵੱਧ ਸਕਦੀ, ਸਦਾ ਦਾ ਇਹ ਜੀਉਣਾ ਹੀ ਨਹੀਂ।
ਤਾਂ ਤੇ ਮਰਨਾ ਹੈ। ਮਰ ਕੇ ਅੱਗੇ ਕੀ ਹੈ ਪਤਾ ਨਹੀਂ, ਲੇਖਾ ਦੇਣਾ ਹੈ, ਕਰਮ ਚੰਗੇ ਨਹੀਂ, ਮੋਹ ਮਾਇਆ ਦਾ ਜਾਲ ਹੈ, ਮੈਂ ਫਸੀ ਪਈ ਹਾਂ, ਕਿਵੇਂ ਛੁੱਟਾਂ, ਡੋਬ ਪੈ ਗਿਆ। ਜਾਗ ਕੇ ਮੈਂ ਕਿਉਂ ਭੁੱਲੀ ਫਿਰਦੀ ਹਾਂ, ਮੇਰੇ ਤਾਂ ਘਰ ਵਿੱਚ ਗੰਗਾ ਆ ਗਈ। ਜਦੋਂ ਪੁੱਤ ਨੂੰ ਕੋਈ ਦਾਤਾ ਮਿਲ ਪਿਆ ਹੈ ਜੋ ਗ੍ਰਸਤ ਵਿੱਚ ਨਿਰਵਾਨ ਕਰਦਾ ਹੈ, ਤਾਂ ਮੇਰੇ ਪੁਰ ਵੀ ਤਰੁੱਟ ਸਕਦਾ ਹੈ। ਕਿਉਂ ਨਹੀਂ ਤਰੁੱਟ ਸਕਦਾ ਹੈ, ਜਦ ਉਹ ਆਪੇ ਹੈ ਤੇ ਬਿਰਧ ਹੈ ਤਾਰਨਹਾਰ। ਕਲਿਆਣ ਅਸਾਂ ਜੀਵਾਂ ਦੀ, ਤਦ ਫਿਰ ਮੈਂ ਜਿਹੀ ਵੀ ਤਰ ਸਕੇਗੀ। ਮੈਂ ਸਵੇਰੇ ਲਾਲ ਨਾਲ ਗੱਲਾਂ ਕਰਾਂ, ਜੇ ਮੇਰਾ ਵੀ ਕੁਝ ਬਣ ਸਕੇ। ਮੇਰੇ ਅੰਦਰ ਮੋਹ ਤਾਂ ਅਗਲਾ ਹੈ, ਪਾਉ ਬਹੁਤਾ ਹੈ, ਡਾਢਾ ਡੂੰਘਾ ਹੈ, ਮੇਰਾ ਵੀ ਛੁੱਟ ਸਕਸੀ, ਕੀ ਜਾਣੀਏ ਖਬਰੇ। ਪਰ ਅਵਤਾਰ ਅੱਗੇ ਕੀ ਔਖ ਹੈ, ਜੋ ਚਾਹੇ ਕਰ ਸਕੇ, ਹੋਇਆ ਜੋ ਅਵਤਾਰ। ਚੰਗਾ ਹੁਲਾਰਾ ਖਾ ਕੇ ਕੀ ਜਾਣੀਏ, ਅੰਤ ਵੇਲੇ ਮੈਂ ਵੀ ਤਰ ਜਾਣਾ ਹੋਵੇ। ਅਸਮਾਨ ਦੇ ਤਾਰੇ ਕਿਹੇ ਸੋਹਣੇ ਹਨ, ਨੀਲ ਕਿਹਾ ਨਿਤਰਦਾ ਹੈ, ਅੰਦਰੋਂ ਝੀਤਾਂ ਵਿੱਚੋਂ ਕਹੀ ਝਲਕ ਸੋਹਣੀ ਪੈਂਦੀ ਹੈ। ਹੱਛਾ ਮਨ ਉਤਾਵਲਾ ਨਾ ਹੋ ਦਿਨ ਚੜ੍ਹਨ ਦੇ। ਇੰਨੇ ਨੂੰ ਸੇਵਾਦਾਸ ਉੱਡ ਬੈਠਾ, ਕੁਝ ਪੜ੍ਹਦੇ ਇਸ਼ਨਾਨ ਕੀਤੋਸ, ਫਿਰ ਜਪਦਾ ਬੈਠ ਗਿਆ। ਇੱਧਰ ਬੁੱਢੀ ਮਾਈ ਨੂੰ ਨੀਂਦ ਨੇ ਕੁੱਟ ਲਿਆ। ਦਿਨ ਚੜ੍ਹਿਆ, ਸੇਵਾਦਾਸ ਕਾਰੇ ਗਿਆ। ਜਦੋਂ ਵਿਹਲਾ ਹੋ ਕੇ ਘਰ ਰੋਟੀ ਖਾਣ ਆਇਆ ਤਾਂ ਮਾਂ ਪਾਸ ਆ ਬੈਠੀ। ਬੱਚਾ ਲਾਲ ਮੇਰੇ, ਚਿੱਤ ਸੁਖੀ ਹੈ। ਪੁੱਤ ਹਾਂ ਮਾਂ, ਮੈਂ ਸੁਖੀ ਹਾਂ। ਮਾਂ ਅੱਜ ਕੁਝ ਉਦਾਸੀ ਵੀ ਘੱਟ ਹੈ। ਪੁੱਤ ਹਾਂ ਮਾਂ, ਅੱਜ ਚਿੱਤ ਚਰਨਾਂ ਕਮਲਾਂ ਵਿੱਚ ਲੱਗਾ ਰਿਹਾ ਹੈ। ਮਾਂ ਲਾਲ ਉਹ ਦਾਤਾ ਜੀ ਜੋ ਤੈਨੂੰ ਮਿਲੇ ਹਨ, ਸਭ ਦਾ ਕਲਿਆਣ ਕਰਦੇ ਹਨ। ਪੁੱਤ ਹਾਂ ਮਾਂ। ਮਾਂ ਮਰਦਾਂ ਦਾ ਕਿ ਤ੍ਰੀਮਤਾਂ ਦਾ ਵੀ? ਪੁੱਤ ਸਭ ਦਾ। ਮਾਂ ਤ੍ਰੀਮਤਾਂ ਨੂੰ ਤਾਂ ਸਾਡੇ ਬ੍ਰਾਹਮਣ ਮੰਤਰ ਵੀ ਨਹੀਂ ਦਿੰਦੇ। ਪੁੱਤ ਉਹ ਵਿਤਕਰਾ ਜਾਣਦੇ ਹੀ ਨਹੀਂ। ਮਰਦ ਤ੍ਰੀਮਤ ਸਭ ਨੂੰ ਪਰਮੇਸ਼ਰ ਦੀ ਚਰਨੀ ਲਾਉਂਦੇ ਹਨ। ਮਾਂ ਤੇ ਬੁੱਢੀਆਂ ਠੇਰਿਆਂ ਦੀ ਵੀ? ਪੁੱਤ ਹਾਂ ਮਾਂ, ਉਹ ਆਖਦੇ ਹਨ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ। ਮਾਂ ਸ਼ੁਕਰ ਹੈ, ਸ਼ੁਕਰ ਹੈ। ਪੁੱਤ ਅੰਮਾ ਕੀ ਗੱਲ ਹੈ? ਮਾਂ ਬੱਚਾ ਇਤਨੇ ਦਿਨ ਤਾਂ ਮੈਨੂੰ ਇਸ ਤੋਖਲੇ ਖਾਦਾ ਕਿ ਤੇਰੇ ਤੌਰ ਬਦਲ ਚੁੱਕੇ ਹਨ। ਕੋਈ ਕਾਰੀ ਤੀਰ ਲੱਗ ਗਿਆ ਹੈ, ਤੂੰ ਕਿਸੇ ਵੇਲੇ ਮੇਰੇ ਨਾਲ ਮੈਨਾਵਤੀ ਵਾਲਾ ਹਾਲ ਕਰਨਾ ਹੈ। ਪਰ ਕੱਲ ਦੀਆਂ ਗੱਲਾਂ ਤੋਂ ਮਗਰੋਂ ਇਧਰੋਂ ਠੰਡ ਪਈ, ਪਰ ਹੋਰ ਲੱਗ ਉੱਠੀ, ਤੇ ਉਹ ਇਹ ਹੈ ਕਿ ਮੈਂ ਬਿਰਧ ਹਾਂ ਤੇ ਮਰਨ ਕਿਨਾਰੇ ਹਾਂ। ਮੈਂ ਮਰ ਕੇ ਲਾਲ ਤੋਂ ਵਿਛੜ ਜਾਸਾਂ, ਜਿਸ ਵਿਜੋਗ ਰਾਤੀ ਨੀਂਦ ਨਹੀਂ ਪੈਣ ਦਿੱਤੀ। ਕਈ ਤੰਦਣ ਤਾਣ ਸੋਚਦੀ ਨੂੰ ਛੇਕੜ ਇਸ ਗੱਲ ਧਿਆਨ ਬਣਾ ਦਿੱਤਾ ਕਿ ਖਬਰੇ ਤੇਰੇ ਦਾਤਾ ਜੀ ਮੇਰਾ ਮੋਹ ਮਾਇਆ ਦਾ ਜਾਲ ਕੱਟ ਦੇਣ ਤਾਂ ਮੈਂ ਵੀ ਬੀਤਰਾਗ ਹੋ ਮਰਾਂ। ਇਸ ਕਰਕੇ ਪੁੱਛਿਆ ਸੀ ਕਿ ਕਿਤੇ ਮੈਂ ਬੇਲੋੜੀ ਦੀ ਵੀ ਠੌਰ ਹੈ। ਪੁੱਤ ਅੱਖਾਂ ਮੀਟ ਕੇ ਫਿਰ ਖੋਲ ਕੇ, ਅੰਮਾ ਮੋਹ ਮਾਇਆ ਸੁੰਝ ਨਾਲ ਨਹੀਂ ਟੁੱਟਦੀ। ਮੋਹ ਮਮਤਾ ਤਾਂ ਸਾਡੇ ਆਪੇ ਦੀ ਕੋਈ ਤਾਕਤ ਹੈ ਜੋ ਬੇਟਿਕਾਣੇ ਲੱਗ ਰਹੀ ਹੈ। ਇਸ ਨੂੰ ਟਿਕਾਣੇ ਲਾਇਆ ਇਹ ਮਰਦੀ ਹੈ। ਨਹੀਂ, ਇਹ ਮਰਦੀ ਨਹੀਂ, ਇਹ ਕਾਇਆ ਪਲਟਦੀ ਹੈ, ਰੂਪ ਵਟਾਂਦੀ ਹੈ। ਪਿਆਰ ਹੋ, ਪਿਆਰ ਪ੍ਰੇਮ ਬਣ ਜਾਂਦੀ ਹੈ। ਪ੍ਰੇਮ ਸਾਡਾ ਆਪਾ ਹੈ, ਪ੍ਰੇਮ ਵਾਹਿਗੁਰੂ ਹੈ। ਪ੍ਰੇਮ ਵਿਚਲੀ ਡੋਰ ਹੈ ਜੋ ਵਿਛੜੇ ਮੇਲਦੀ ਹੈ। ਸੋ ਉਹ ਦਾਤਾ ਪ੍ਰੇਮ ਹੈ, ਪ੍ਰੇਮ ਦਾਤ ਕਰਦਾ ਹੈ। ਉਹਨਾਂ ਦੇ ਚਰਨਾਂ ਨਾਲ ਪ੍ਰੇਮ ਲਾਓ। ਮੋਹ ਮਮਤਾ ਆਪੇ ਕੱਟੀ ਗਈ। ਇਹ ਮੋਹ ਜਦ ਮੈਂ ਮੇਰੀ ਨੂੰ ਲੈ ਕੇ, ਗਰਜ਼ਾਂ ਨੂੰ ਲੈ ਕੇ, ਆਪਣਤਾਂ ਪਾ ਕੇ ਕਿਤੇ ਲੱਗ ਜਾਂਦਾ ਹੈ ਤਾਂ ਜਿੱਥੇ ਲੱਗਦਾ ਹੈ ਉਹਨਾਂ ਵਿੱਚ ਫਸਾ ਦਿੰਦਾ ਹੈ। ਤੇ ਜੇ ਇਹੋ ਮਾਲਕ ਪਰਮੇਸ਼ਰ ਵਿੱਚ ਲੱਗੇ ਤਾਂ ਸਭ ਥਾਂ ਤੋੜ ਦਿੰਦਾ ਹੈ। ਸਾਈਂ ਵਿੱਚ ਲੱਗਣਾ ਸਾਰੇ ਹੋਰ ਥਾਵਾਂ ਤੋਂ ਤਰੁੱਟ ਜਾਣਾ ਹੈ। ਮਾਂ ਵਾਰੀ ਲਾਲ ਵੇ,
फिर समझावें ना। पुत, मां जी, रब वाहिगुरु परमेश्वर साडा पिता है, असी पुੱਤਰ ਹਾਂ। ਉਸ ਨੂੰ ਵਿਸਾਰ ਕੇ ਜਗਤ ਵਿੱਚ ਰੁੱਝ ਗਏ ਹਾਂ। ਇਹ ਰੱਬ ਨੂੰ ਵਿਸਾਰ ਕੇ ਜਗਤ ਵਿੱਚ ਰੁੱਝਣਾ ਮੋਹ ਹੈ। ਅਸੀਂ ਵਿਸਾਰੇ ਨੂੰ ਛੱਡ ਕੇ ਰੱਬ ਦੀ ਯਾਦ ਵਿੱਚ ਲੱਗੀਏ। ਇਹ ਰੱਬ ਦੀ ਯਾਦ, ਰੱਬ ਦਾ ਪਿਆਰ ਹੈ। ਜੋ ਯਾਦ ਕਰਦਾ ਹੈ ਸੋ ਯਾਦ ਕਰਦਾ ਕਰਦਾ ਪ੍ਰੇਮੀ ਹੋ ਜਾਂਦਾ ਹੈ। ਜੋ ਰੱਬ ਦਾ ਪ੍ਰੇਮੀ ਹੈ ਸੋ ਹੋਰ ਕਿਸੇ ਜਗਤ ਜੁਗਤ ਦਾ ਪ੍ਰੇਮੀ ਨਹੀਂ ਰਹਿ ਜਾਂਦਾ। ਮਾਂ, ਠੀਕ, ਹੁਣ ਮੈਂ ਸਮਝੀ। 40 ਸੇਰੀ ਗੱਲ ਆਖੀ ਆ। ਪੁੱਤ, ਪਰ ਇਹ ਮਾਂ ਮਿਹਰ ਹੈ ਦਾਤੇ ਦੀ। ਮਾਂ, ਫਿਰ ਮੈਂ ਕਿਵੇਂ ਕਰਾਂ? ਮੇਰੇ ਤੇ ਵੀ ਮਿਹਰ ਕਰਾ। ਲੈ ਚੱਲ। ਪੁੱਤ, ਮੈਂ ਲੈ ਚੱਲਦਾ ਹਾਂ, ਪਰ ਸਿਹਾਂ ਕੋਹਾਂ ਦਾ ਪੰਧ ਹੈ। ਰਸਤੇ ਵਿਖੜੇ ਹਨ। ਤੁਸਾਡੀ ਉਮਰਾਂ ਡਾਢੀ ਬਿਰਧ ਹੈ। ਸਰੀਰ ਸਫ਼ਰ ਦੀ ਖੇਚਲ ਝੱਲਣ ਨਹੀਂ ਲੱਗਾ। ਕਿਤੇ ਉਹ ਨਾ ਹੋਵੇ ਮੈਂ ਘਰੋਂ ਲੈ ਟੁਰਾਂ ਤੇ ਤੁਹਾਡਾ ਸਰੀਰ ਰਸਤੇ ਵਿੱਚ ਦੁੱਖ ਨਾ ਚੱਲ ਸਕੇ ਤੇ ਬਿਨ ਮਿਲੇ ਹੀ ਟੁਰ ਜਾਏ। ਮਾਂ ਰੋ ਕੇ, ਫਿਰ ਮੈਂ ਕਿਵੇਂ ਕਰਾਂ? ਲਾਲ ਜੀ, ਮੇਰੇ ਆਪਣੇ ਅੰਦਰ ਬੜੀ ਲਾਲਸਾ ਲੱਗ ਪਈ ਹੈ ਚਰਨ ਪਰਸਨ ਦੀ। ਪੁੱਤ, ਤੁਸੀਂ ਇੱਥੇ ਘਰ ਬੈਠੇ ਹੀ ਅਰਾਧਨਾ ਕਰੋ। ਉਹ ਘੱਟ ਘੱਟ ਦੀ ਜਾਣਨਹਾਰ ਹਨ। ਦਿਲਾਂ ਦੇ ਪਿਆਰ ਨੂੰ ਸਮਝ ਜਾਂਦੇ ਹਨ। ਪਿਆਰ ਝਰਨਾਟਾਂ ਅੱਗੇ ਝਰਨਾਟ ਖਾ ਜਾਂਦੇ ਹਨ ਤੇ ਤਰੁੱਠ ਕੇ ਪਿਰਮ ਰਸਾਂ ਦਾ ਦਾਨ ਦੇ ਦਿੰਦੇ ਹਨ। ਉਹਨਾਂ ਦੇ ਸਦਾ ਜਾਗਦੇ ਮਨ ਨੂੰ ਦੇਸ਼ ਕਾਲ ਦੀ ਕੈਦ ਬੰਦੀ ਨਹੀਂ, ਹੱਦ ਬੰਨੇ ਰੋਕਦੀ ਨਹੀਂ। ਜੇ ਤੁਹਾਡੀ ਅਰਾਧਨਾ ਸੱਚ ਦੀ ਹੋਊ ਤਾਂ ਇੱਥੇ ਬੈਠਿਆਂ ਮੇਰਾਂ ਦੇ ਸਾਈਂ ਮਿਹਰ ਕਰ ਦੇਣਗੇ। ਇਸ ਤਰ੍ਹਾਂ ਦੀ ਗੱਲਬਾਤ ਦੇ ਮਗਰੋਂ ਸੇਵਾਦਾਸ ਦਾ ਘਰ ਵਿੱਚ ਸਿੱਖੀ ਤੋਰਾ ਖੁੱਲ੍ਹਾ ਹੋ ਗਿਆ। ਘਰ ਸਿੱਖਾਂ ਦਾ ਪ੍ਰਸ਼ਾਦ ਕਰਨਾ, ਕੜਾ ਪ੍ਰਸ਼ਾਦ ਕਰਾਉਣਾ, ਸੰਗਰਾਂਦ, ਮੱਸਿਆ, ਗੁਰਪੁਰਬ ਨੂੰ ਕਦੇ ਇਹਨਾਂ ਦੇ ਘਰ, ਕਦੇ ਕਿਸੇ ਸਿੱਖ ਦੇ ਘਰ ਜੋੜ ਮੇਲਾ ਹੋਣਾ। ਉੱਥੇ ਮਾਈ ਨੇ ਪੁੱਤਰ ਨਾਲ ਸੇਵਾ ਵਿੱਚ ਸ਼ਾਮਲ ਹੋਣਾ। ਘਰ ਵਿੱਚ ਬਾਣੀ ਦਾ ਪਾਠ ਕੀਰਤਨ ਵੀ ਖੁੱਲ੍ਹਾ ਹੋਣ ਲੱਗ ਪਿਆ। ਮਾਈ ਨੇ ਵੀ ਜਪ ਸਾਹਿਬ ਕੰਠ ਕੀਤਾ ਤੇ ਪਾਠ ਆਰੰਭ ਦਿੱਤਾ। ਦਿਨ ਦਿਨ ਇਸ ਤਰ੍ਹਾਂ ਸਤਸੰਗ ਹੋਣ ਲੱਗੇ। ਜਿਉਂ-ਜਿਉਂ ਮਾਈ ਨੂੰ ਬਾਣੀ, ਕੀਰਤਨ, ਸਤਸੰਗ ਦੇ ਰੰਗ ਅੰਤਰ-ਆਤਮੇ ਸੁਖ ਦੇਣ ਲੱਗੇ ਤੇ ਗੁਰਦਰਸ਼ਨਾਂ ਦੀ ਤਾਂਘ ਵਧਣ ਲੱਗੀ। ਆਪਣੇ ਸਰੀਰ ਦਾ ਬੁਢੇਪਾ ਤੇ ਕਮਜ਼ੋਰੀ ਵੱਲੋਂ ਉਹ ਜਾਣਦੀ ਸੀ ਕਿ ਮੈਂ ਅੱਪੜ ਕੇ ਦਰਸ਼ਨ ਨਹੀਂ ਕਰ ਸਕਦੀ ਤੇ ਬਾਣੀ, ਭਜਨ ਪਾਠ ਕਰਕੇ ਉਹ ਆਪਣੇ ਮਨ ਦੇ ਟਿਕਾਣੇ ਤੋਂ ਆਤਮ ਸੁਖ ਦੀ ਪ੍ਰਾਪਤੀ ਵੀ ਜਾਣਦੀ ਸੀ। ਪਰ ਜਗਤ ਵਿੱਚ ਆਏ ਪ੍ਰਤੱਖ ਅੱਖਾਂ ਨਾਲ ਦਿਸ ਪੈਣ ਵਾਲੀ ਸੂਰਤ ਵਿੱਚ ਵਿਚਰਦੇ ਸਰੂਪ ਦੇ ਦਰਸ਼ਨਾਂ ਦੀ ਕਾਮਨਾ ਕਿਵੇਂ ਵੀ ਮਿਟ ਨਹੀਂ ਸਕਦੀ ਸੀ। ਮਾਈ ਸਤਸੰਗ ਵਿੱਚ ਜਾਂਦੀ, ਸੰਗਤ ਦੇ ਦੀਦਾਰ ਵਿੱਚ ਗੁਰੂ ਦਾ ਦੀਦਾਰ ਸੁਣਦੀ, ਸ਼ਰਧਾ ਧਾਰ ਕੇ ਵੇਖਦੀ, ਪਰ ਉਸ ਖੜਕਧਾਰੀ ਤਾਰਨਹਾਰ ਮੂਰਤੀ ਦੇ ਦਰਸ਼ਨਾਂ ਦੀ ਸਿੱਕ ਨਾ ਮਿਟਦੀ। ਇਸ ਸਿੱਕ ਦੇ ਕਾਰਨ ਅਕਸਰ ਗੁਰਮੁਖਾਂ, ਗੁਰਸਿੱਖਾਂ ਤੇ ਸਿੱਖਣੀਆਂ ਤੋਂ ਜਿਨ੍ਹਾਂ ਦਰਸ਼ਨ ਕੀਤੇ ਸਨ, ਗੁਰੂ ਜੀ ਦੇ ਗੁਣ ਸੁਭਾਅ ਪੁੱਛਦੀ ਤੇ ਗੱਲਾਂ ਵਿੱਚ ਜਦ ਕਦੇ ਉਹਨਾਂ ਦੇ ਪਤਿਤ ਪਾਵਨ ਤੇ ਭਗਤਾਂ ਦੇ ਪ੍ਰੇਮੀ ਹੋਣ ਦਾ ਗੁਣ ਸੁਣਦੀ ਤਾਂ ਉਸ ਦੇ ਅੰਦਰ ਨਿਰਾਸ਼ਾ ਦੇ ਮੰਡਲ ਵਿੱਚੋਂ ਇੱਕ ਆਸ ਚਮਕ ਉੱਠਦੀ ਕਿ ਭਾਵੇਂ ਮੈਂ ਨਿਰਬਲ ਹਾਂ, ਗਰੀਬ ਹਾਂ, ਨਿਤਾਣੀ ਹਾਂ, ਪਰ ਉਹਨਾਂ ਦਾ ਬਿਰਧ ਤਾਂ ਪਾਲਣਹਾਰ ਹੈ। ਜੋ ਮੈਂ ਜਿਹੀ ਤੇ ਵੀ ਤਰੁੱਠ ਪੈਣ ਤਾਂ ਕੀ ਅਚਰਜ ਹੈ। ਪਹਿਲੇ ਪਹਿਲ ਤਾਂ ਇਹ ਇੱਛਾ, ਇਹ ਚਾਹ ਉੱਠੇ ਤਾਂ ਅੰਦਰਲਾ ਆਪੇ ਸ਼ਰਮ ਖਾ ਕੇ ਕਹੇ, ਤੂੰ ਗੁਰੂ ਗੁਰੂ ਜਪੀ ਚੱਲ, ਕਿਉਂ ਵਿਤੋਂ ਵੱਧ ਆਸਾ ਧਾਰਨਾ ਹੈ। ਪਰ ਜਿਉਂ-ਜਿਉਂ ਸਿੱਖ ਦੇ ਮਨ ਨੂੰ ਸਮਾਂ ਬੀਤੇ, ਸਿੱਖ ਵੱਧਦੀ ਜਾਂਦੀ ਹੈ ਤੇ ਆਸਾ ਮਜ਼ਬੂਤ ਹੁੰਦੀ ਜਾਂਦੀ ਹੈ। ਮਾਈ ਦਾ ਪ੍ਰੇਮ ਤੇ ਦਰਸ਼ਨਾਂ ਦੀ ਤਾਂਘ ਵੱਧਦੀ ਗਈ। ਜਦੋਂ ਸੁਣੇ ਕਿ ਭੀਲਣੀ ਵਰਗੀਆਂ ਨੀਚ ਜਾਤੀਆਂ, ਕਰੂਪ ਤਿਆਗੀਆਂ ਦੁਖੀਆਂ ਨੂੰ ਮਨ ਦੀ ਮੁਰਾਦ ਮਿਲੀ ਸੀ, ਤਦੋਂ ਆਖੇ ਕਿ ਕੋਈ ਅਚਰਜ ਨਹੀਂ ਕਿ ਮੇਰੇ ਥੱਲੇ ਲੈ ਗਏ ਨੈਣ ਵੀ ਦਰਸ਼ਨ ਪਾ ਲੈਣ। ਪ੍ਰੇਮੀ ਆਖਦੇ ਹਨ ਬਾਵਰਾ ਹੁੰਦਾ ਹੈ, ਪਰ ਇਹ ਗੱਲ ਠੀਕ ਨਹੀਂ, ਕਿਉਂਕਿ ਹਰ ਬਾਵਰਾ ਪ੍ਰੇਮੀ ਨਹੀਂ ਹੁੰਦਾ।
ਪ੍ਰੇਮੀ ਦਾ ਬਾਵਰਾਪਨ ਅਕਲਮੰਦੀ ਹੁੰਦੀ ਹੈ, ਜੋ ਲੋਕਾਂ ਨੂੰ ਸਮਝ ਵਿੱਚ ਨਹੀਂ ਆਉਂਦੀ। ਉਹ ਆਪਣੀ ਧੁਨ ਵਿੱਚ ਹੁੰਦਾ ਹੈ, ਧੁਨ ਦਾ ਪੱਕਾ ਹੁੰਦਾ ਹੈ ਤੇ ਧੁਨ ਦੀ ਸਿੱਧੀ ਲਈ ਸਭ ਕੁਝ ਕਰਦਾ ਹੈ। ਲੋਕਾਂ ਦੇ ਹਿਸਾਬ ਕਿਤਾਬ ਤੋਂ ਪਰੇ ਹੁੰਦਾ ਹੈ। ਇਸ ਲਈ ਪ੍ਰੇਮੀ ਨੂੰ ਬੌਰਾ ਕਹਿੰਦੇ ਹਨ। ਸੋ ਮਾਈ ਕੁਛ ਬੌਰੀ ਹੋ ਗਈ, ਰੂੰ ਖਰੀਦ ਲਿਆਈ, ਬੁੱਢੇ ਬਾਰੇ ਕੱਤਣ ਤੁੰਬਣ ਲੱਗੀ ਏ। ਪਰ ਮਾਈ ਕੱਤਣ ਤੁੰਬਣ ਨਹੀਂ ਲੱਗੀ, ਉਸਨੇ ਆਪਣੀ ਯਾਦ ਦਾ ਆਸਰਾ, ਗੁਣ ਗਾਉਣ ਦਾ ਵਸੀਲਾ, ਪਿਆਰ ਕਰਨ ਦਾ ਅਨੋਖਾ ਅਭਿਆਸ ਲੱਭਾ ਹੈ। ਸਾਰਾ ਦਿਨ ਇਸ ਆਹਰੇ ਲੱਗੀ ਗੁਰੂ ਗੁਰੂ ਜਪਦੀ ਰਹਿੰਦੀ ਹੈ। ਧਿਆਨ ਦੀ ਸਾਰੀ ਤਾਕਤ ਇਉਂ ਗੁਰੂ ਚਰਨਾਂ ਵਿੱਚ ਲੱਗੀ ਰਹਿੰਦੀ ਹੈ। ਪਰ ਮਾਈ ਸੋਚਾਂ ਵਿੱਚ ਨਹੀਂ, ਉਹ ਪ੍ਰੇਮ ਦੇ ਤਰੰਗ ਵਿੱਚ ਇਹ ਬਿਨਾਂ ਸਮਝੇ ਕਰ ਰਹੀ ਹੈ। ਸਮਝੇ ਤਾਂ ਬੌਰੀ ਕਾਹਦੀ, ਤੇ ਜੇ ਜੋ ਕੁਝ ਕਰਦੀ ਹੈ ਉਹ ਨਿਰਾਰਥਕ ਹੋਵੇ ਤਾਂ ਮਾਈ ਪ੍ਰੇਮਣ ਕਾਹਦੀ, ਫਿਰ ਨਿਰੀ ਬਾਉਲੀ। ਮਾਈ ਹਰ ਰੋਜ਼ ਇਸ ਆਹਰੇ ਲੱਗ ਰਹੀ ਹੈ। ਸਾਰਾ ਦਿਨ ਕਤ ਕਤ ਨਲੀਆਂ ਉਤਾਰਦੀ ਹੈ, ਸਾਰਾ ਦਿਨ ਗੁਰੂ ਗੁਰੂ ਜਪਦੀ ਹੈ, ਵਿੱਚ ਵਿੱਚ ਆਰਾਧਨਾ ਕਰਦੀ, ਅਰਦਾਸੇ ਵਿੱਚ ਗੁੰਮ ਹੋ ਜਾਂਦੀ ਹੈ ਤੇ ਦਿਲ ਹੀ ਦਿਲ ਆਖਦੀ ਹੈ, ਹੇ ਪ੍ਰਭੂ ਮੈਂ ਬਿਰਧਾ ਬਹੁ ਹੋਈ, ਨਹੀਂ ਸਮਰਥ ਗਮਨ ਕੇ ਕੋਈ, ਪੰਥ ਪਹਾਰਨ ਕੋ ਬਹੁ ਦੂਰ, ਊਚ ਨੀਚ ਥਲ ਲਖਿਅਤ ਭੂਰ, ਨਾਹੇ ਤਾਂ ਮੈਂ ਅੰਮ੍ਰਿਤਸਰ ਆਵਤ, ਨਿਜ ਕਰ ਸੋ ਅੰਬਰ ਪਹਿਰਾਵਤ, ਸ਼ਕਤਹੀਨ ਕਿਮ ਗਮਨੋ ਸੁਆਮੀ, ਸਭ ਘਟ ਵਿਆਪਕ ਅੰਤਰਜਾਮੀ। ਇਸ ਤਰ੍ਹਾਂ ਦੀ ਪ੍ਰੇਮ ਲਗਨ ਵਿੱਚ, ਹੱਥ ਸੇਵਾ ਵਿੱਚ ਤੇ ਮਨ ਸਿਮਰਨ ਵਿੱਚ ਲੱਗਿਆ ਸਮਾਂ ਬੀਤਦਾ ਹੈ। ਸੂਤ ਕਤਿਆਂ ਅਟੇਰਿਆਂ ਨੜਿਆਂ ਤੇ ਚੜ ਗਿਆ। ਹੁਣ ਮਾਈ ਨੇ ਜੁਲਾਹੇ ਦੇ ਸੂਤ ਸਪੁਰਦ ਕੀਤਾ। ਉਸਨੇ ਵੀ ਉਣ ਕੇ ਰੇਜਾ ਮਾਈ ਦੇ ਘਰ ਪਹੁੰਚਾਇਆ। ਹੁਣ ਮਾਈ ਨੇ ਧੋਬੀ ਨੂੰ ਚੋਖਾ ਕੁਝ ਦੇ ਕੇ ਰੇਜਾ ਧੁਆ ਕੇ ਖੁੰਭ ਵਰਗਾ ਚਿੱਟਾ ਕਰਵਾਇਆ। ਆਪਣੇ ਘਰ ਵਿੱਚ ਇੱਕ ਥਾਂ ਥਾਪਿਆ ਜੋ ਜੇ ਸਤਿਗੁਰੂ ਘਰ ਆਉਣ ਤੇ ਉਹਨਾਂ ਦੇ ਬੈਠਣ ਦਾ ਹੋਵੇ। ਉਹ ਥਾਂ ਸਾਫ਼ ਕਰਕੇ ਧੂਪ ਧੁਖਾਇਆ, ਫੁੱਲਾਂ ਦੇ ਸੇਰੇ ਲਟਕਾਏ, ਇੱਕ ਸੁੰਦਰ ਚੌਕੀ ਉੱਥੇ ਡਾਈ, ਰੇਜਾ ਇਸ ਪਰ ਪਿਆਰ ਨਾਲ ਧਰ ਦਿੱਤਾ। ਰੋਜ਼ ਇੱਥੇ ਸਫਾਈ ਕਰੇ, ਰੋਜ਼ ਧੂਪ ਧੁਖਾਵੇ, ਰੋਜ਼ ਚੰਦਨ ਘਸ ਕੇ ਚੜਾਵੇ, ਰੋਜ਼ ਸੇਰੇ ਬਣਾ ਕੇ ਧਰੇ, ਰੋਜ਼ ਇਸ ਕਾਰ ਤੋਂ ਵਿਹਲੀ ਹੋ ਬੈਠ ਜਾਵੇ ਤੇ ਧਿਆਨ ਕਰੇ ਕਿ ਮਹਾਰਾਜ ਚੌਕੀ ਪਰ ਬਿਰਾਜੇ, ਜਗਮਗ ਜੋਤ ਬਿਰਾਜ ਰਹੇ ਹਨ। ਦੋ ਵੇਲੇ ਧਿਆਨ, ਇਹ ਉਪਾਸਨਾ, ਇਹ ਪੂਜਾ ਮਾਈ ਨੇ ਠਾਣ ਲਈ। ਇਸ ਤਰ੍ਹਾਂ ਦੀ ਅਥਕ ਤੇ ਇਕਰੰਗੀ, ਇਸ ਤਰ੍ਹਾਂ ਦੀ ਸੋਹਣੀ ਪ੍ਰੀਤ ਵੇਖ ਕੇ ਸੇਵਾਦਾਸ ਮਾਤਾ ਦਾ ਬਹੁਤ ਸ਼ਰਧਾਲੂ ਹੋ ਗਿਆ। ਬਚਪਨ ਤੋਂ ਆਗਿਆਕਾਰ ਤੇ ਪਿਆਰ ਕਰਨ ਵਾਲਾ ਪੁੱਤਰ ਸੀ, ਪਰ ਹੁਣ ਮਾਤਾ ਦੇ ਅਵਿਰਲ ਪ੍ਰੇਮ ਦਾ ਸ਼ਰਧਾਲੂ ਹੋ ਗਿਆ। ਪ੍ਰੇਮ ਦਾ ਸ਼ਰਧਾਲੂ ਹੋ ਡਾਢੇ ਸਤਕਾਰ ਵਿੱਚ ਆ ਗਿਆ। ਦੋ ਚਾਰ ਐਸੇ ਸਮੇਂ ਆਏ ਕਿ ਬਰਾਦਰੀ ਦੇ ਹੋਰ ਬ੍ਰਾਹਮਣਾਂ ਨੇ ਸੇਵਾਦਾਸ ਨੂੰ ਮਖੌਲ ਕੀਤਾ ਕਿ ਤੇਰੀ ਮਾਂ ਕਿਸ ਆਹਰੇ ਇਸ ਬੁੱਢੇ ਵਾਰੇ ਲੱਗ ਪਈ ਹੈ। ਤਦ ਸੇਵਾਦਾਸ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਨਿਰੁੱਤਰ ਕੀਤਾ, ਤੁਸੀਂ ਮਾਇਆ ਦੇ ਪ੍ਰੇਮੀ ਹੋ ਗਏ ਹੋ। ਪ੍ਰੇਮ ਜਦ ਆਤਮਾ ਵਿੱਚ ਉਪਜਦਾ ਹੈ ਤਾਂ ਇੱਕ ਨਵੀਂ ਜਿੰਦ ਜਾਗਦੀ ਹੈ। ਰੱਬੀ ਪ੍ਰੇਮ ਆਪਣੇ ਰਾਹ ਆਪ ਜਾਣਦਾ ਹੈ। ਇਹ ਗੁਰੂ ਜੀ ਦੀ ਮਰਜ਼ੀ ਹੈ ਆਉਣ ਕਿ ਨਾ, ਪਰ ਜੋ ਆਰਾਧਨਾ ਕਰਨ ਵਾਲਾ ਸੱਚੇ ਪ੍ਰੇਮ ਵਿੱਚ ਉਹਨਾਂ ਨੂੰ ਯਾਦ ਕਰ ਰਿਹਾ ਹੈ, ਉਹ ਸੰਸਾਰ ਦੇ ਸਾਰੇ ਮੋਹ ਨੂੰ ਅਣਜਾਣੇ ਜਿੱਤ ਰਿਹਾ ਹੈ। ਉਸ ਦੀ ਸੁਰਤ ਇਕਾਗਰ ਹੋ ਰਹੀ ਹੈ ਔਰ ਗੁਰੂ ਜਗਤ ਤਾਰਨਹਾਰ ਦੇ ਚਰਨ ਕਮਲਾਂ ਤੇ ਜੁੜ ਰਹੀ ਹੈ। ਉਹਦਾ ਇਹ ਸਾਰਾ ਕੰਮ ਅਸਲ ਭਗਤੀ, ਅਸਲ ਪ੍ਰੇਮਾ ਭਗਤੀ ਹੈ, ਅਸਲ ਭਗਤੀ ਯੋਗ ਹੈ। ਮਾਈ ਦੀ ਉਪਾਸਨਾ ਦੇ ਬਹੁਤੇ ਸਮੇਂ ਲੰਘਦੇ ਜਾਣ ਤੇ ਆਪਣੀਆਂ ਸਿੱਖ ਸੰਗਤਾਂ ਵੱਲੋਂ ਵੀ ਸੁਨੇਹੇ ਆਏ ਕਿ ਅਸੀਂ ਪੰਜਾਬ ਚੱਲੇ ਹਾਂ। ਰੇਜਾ ਦੇ ਦਿਓ ਤਾਂ ਅਸੀਂ ਸਤਿਗੁਰਾਂ ਦੇ ਚਰਨੀ ਅਰਬ ਦਿਆਂਗੇ। ਸੇਵਾਦਾਸ ਨੂੰ ਸਿਆਣਿਆਂ ਸਿੱਖਾਂ ਸਮਝਾਇਆ ਵੀ ਕਿ ਮਹਾਰਾਜ ਨੂੰ ਰਾਜਸੀ ਕੰਮਾਂ ਦਾ ਵੀ ਹੱਲ ਕਰਨਾ ਅਕਸਰ ਰਹਿੰਦਾ ਹੈ। ਦੁਸ਼ਟਾਂ ਦੇ ਸੁੱਧ ਕਰਨੇ ਲਈ ਜੰਗੀ ਸਮਾਨ ਵੀ ਕਰਨੇ ਆਉਂਦੇ ਹਨ। ਉਹਨਾਂ ਨੂੰ ਵੇਲ ਕਿੱਥੇ ਕਿ ਕਸ਼ਮੀਰ ਆਉਣ। ਨਾਲ ਸਮਾਜ ਵੀ ਬਹੁਤ ਹੋਣਾ ਹੋਇਆ। ਏਡੇ ਕਠਨ ਪਹਾੜਾਂ ਨੂੰ ਚੀਰ ਕਿਸ ਤਰ੍ਹਾਂ ਆਉਣਾ ਹੋ ਸਕੇ। ਕਿਸੇ ਸਮਝਾਇਆ ਕਿ ਆਦਿ ਗੁਰੂ ਦੇਸ਼ਾਂ ਵਿੱਚ ਫਿਰੇ ਹਨ,
ਫਿਰ ਹੋਰ ਗੁਰੂ ਜੀ ਘੱਟ ਫੇਰੇ ਹਨ ਤੇ ਗੁਰੂ ਜੀ ਨੂੰ ਖੇਚਲ ਦੇਣੀ ਠੀਕ ਨਹੀਂ, ਬਸਤਰ ਉੱਥੇ ਹੀ ਘੱਲ ਦਿਓ। ਇਸ ਤਰ੍ਹਾਂ ਦੀਆਂ ਸਮਝੌਤੀਆਂ ਦੇ ਉੱਤਰ ਸਿੱਧੀ ਮਾਤਾ ਦੇ ਪ੍ਰੇਮ ਵਾਲੇ ਮਨ ਤੋਂ ਇਹ ਨਿਕਲਦੇ ਸਨ ਕਿ ਗੁਰੂ ਸੰਗਤਾਂ ਦਾ ਗੁਰੂ ਹੈ, ਪਰ ਗੁਰੂ ਮੇਰਾ ਨਿਜ ਦਾ ਆਪਣਾ ਗੁਰੂ ਹੈ। ਮੇਰਾ ਪਿਆਰ ਇਸ ਤਰ੍ਹਾਂ ਦਾ ਹੈ ਕਿ ਮੈਨੂੰ ਦਰਸ਼ਨ ਬਿਨ ਚੈਨ ਨਹੀਂ। ਕਲੇਜਾ ਦਰਸ਼ਨਾਂ ਨੂੰ ਤੜਫਦਾ ਹੈ, ਤੇ ਜਿਹਦੇ ਦਰਸ਼ਨਾਂ ਨੂੰ ਤੜਫਦਾ ਹੈ ਜਦੋਂ ਮੇਰਾ ਹੈ, ਆਪਣਾ ਹੈ, ਮੇਰੇ ਕਾਲਜੇ ਵਿੱਚ ਉਸ ਤੋਂ ਨੇੜੇ ਹੋਰ ਕੋਈ ਨਹੀਂ। ਮੈਨੂੰ ਮਰਨ ਜੀਵਨ ਦੀ ਸ਼ੰਕਾ ਨਹੀਂ ਰਹੀ, ਮੁਕਤੀ ਦੀ ਚਾਹ ਨਹੀਂ ਰਹੀ। ਸਾਰੇ ਬਖੇੜੇ ਕਲੇਸ਼ ਛੱਡ ਇੱਕ ਦਰਸ਼ਨ ਤਾਂਗ ਬੇਵਸੇ ਲੱਗ ਰਹੀ ਹੈ ਜੋ ਮੇਰੇ ਹਟਾਇਆ ਹਟਦੀ ਨਹੀਂ। ਤਦ ਮੈਂ ਕੀ ਕਰਾਂ? ਸੇਵਾਦਾਸ ਮੇਰਾ ਪੁੱਤਰ ਹੈ, ਮੈਂ ਜਾਣਦੀ ਹਾਂ ਮੇਰਾ ਹੈ। ਇਸ ਤਰ੍ਹਾਂ ਦੀ ਮੈਨੂੰ ਪੈ ਗਈ ਹੈ ਕਿ ਗੁਰੂ ਮੇਰਾ ਗੁਰੂ ਹੈ। ਇਹ ਮੈਂ ਕਿਵੇਂ ਕੱਢਾਂ? ਮੈਂ ਨਹੀਂ ਚਾਹੁੰਦੀ ਕਿ ਗੁਰੂ ਜੀ ਨੂੰ ਮੈਂ ਖੇਚਲ ਦਿਆਂ, ਪਰ ਗੁਰੂ ਮੇਰਾ ਹੈ, ਮੈਨੂੰ ਦਰਸ਼ਨ ਹੋਣ। ਇਹ ਆਪਣਤ, ਇਹ ਸਿੱਖ ਮੇਰੀ ਦੂਰ ਨਹੀਂ ਹੋਣੀ। ਮੈਨੂੰ ਦੱਸੋ ਮੈਂ ਕਿਵੇਂ ਕਰਾਂ? ਬਾਕੀ ਰਿਹਾ ਆਸਾ ਦਾ ਪੂਰਨ ਹੋਣਾ, ਇਹ ਉਹਨਾਂ ਦੇ ਵੱਸ ਹੈ। ਮੈਨੂੰ ਅਸੀਸ ਦਿਓ ਕਿ ਮੇਰੀ ਸਿੱਖ ਨਾ ਮਿਟੇ। ਮਰਾਂ ਤਾਂ ਇਸੇ ਸਿੱਖ ਵਿੱਚ ਮਰਾਂ, ਗੁਰੂ ਦੀ ਰਜ਼ਾ ਜੋ ਚਾਹੇ ਕਰੇ। ਮਿਲੇ ਮਿਹਰ ਨਾ ਮਿਲੇ ਮਿਹਰ, ਪਰ ਦਰਸ਼ਨ ਤਾਂਗ ਮੇਰੀ ਨਾ ਮਿਟੇ। ਜਦੋਂ ਮੌਤ ਮੇਰੇ ਨੈਣ ਸਦਾ ਲਈ ਮੀਟੇ, ਦਰਸ਼ਨ ਤਾਂਗ ਮੇਰੀ ਉਸ ਵੇਲੇ ਵੀ ਨਾ ਮਿਟੇ, ਪਰ ਨਾ ਮਿਟੇ। ਗੁਰੂ ਜੀ ਬੜੇ ਕੰਮਾਂ ਤੇ ਰੋਜ਼ਿਆਂ ਵਾਲੇ ਹਨ। ਮੇਰੀ ਕੰਗਲੀ ਦੇ ਮੋਟੇ ਕੱਪੜੇ ਦੇ ਮੁਤਾਜ ਨਹੀਂ, ਇਹ ਮੈਂ ਜਾਣਦੀ ਹਾਂ। ਪਰ ਅਰਸ਼ਾਂ ਵਿੱਚ ਜੇ ਮਾਤ ਲੋਕ ਵਿੱਚ ਆਏ ਤਾਂ ਕਿਸੇ ਮਿਹਰ ਕਰਨ ਲਈ ਆਏ। ਮਿਹਰ ਉਹਨਾਂ ਦਾ ਬਿਰਧ ਹੈ, ਉਹ ਅਸਰ ਇੱਥੇ ਵੀ ਲਿਆ ਸਕਦੀ ਹੈ। ਮੇਰੀ ਸਿੱਖ ਮੇਰਾ ਕੱਪੜਾ ਕੁਝ ਮੁੱਲ ਨਹੀਂ ਰੱਖਦੇ। ਅਸੀਂ ਮੁਰਦੇ ਹਾਂ, ਮੁਰਦਿਆਂ ਦੀ ਹਿਲਜੁਲ ਕੋਈ ਅਰਥ ਨਹੀਂ ਰੱਖਦੀ। ਉਹ ਜਿਉਂਦਾ ਹੈ, ਜੀਦਾਨ ਦਾਤਾ ਹੈ, ਉਹ ਮੇਰਾਂ ਦਾ ਸਾਈਂ ਹੈ, ਸਰਬ ਸਮਰੱਥ ਹੈ, ਜੋ ਚਾਹੋ ਕਰ ਸਕਦਾ ਹੈ। ਉਹ ਆਪਣਤਾਂ ਦਾ ਮਹਿਰਮ ਹੈ, ਉਹ ਪਲ ਕੇ ਨਿਹਾਲ ਕਰਨ ਹਾਰਾ ਹੈ। ਹੋਣਾ ਹੈ ਸੋ ਹੋਵੇ, ਪਰ ਮੈਨੂੰ ਮਤਾਂ ਨਾ ਦਿਓ। ਮੇਰੇ ਸਿੱਦਕ ਦੀ ਮਿਹਨਤੀ ਕਰਕੇ ਮੈਨੂੰ ਅਕਲਾਂ ਦੀ ਜਾਂਚ ਨਾ ਦੱਸੋ। ਮੈਨੂੰ ਜੀਉਣ ਦਿਓ ਸਿੱਖ ਵਿੱਚ, ਸਦਰ ਵਿੱਚ, ਤਰਸਨ ਵਿੱਚ, ਆਰਾਧਨ ਵਿੱਚ, ਪਿਆਰ ਵਿੱਚ, ਦਿਨ ਰਾਤ ਦੀ ਲਗਨ ਲਿਵ ਵਿੱਚ, ਦਰਸ਼ਨ ਤਾਂਗ ਵਿੱਚ। ਬਸ ਕੀ ਹੋਇਆ, ਕੀ ਹੋਊ, ਕਿੰਜ ਹੋਣਾ ਚਾਹੀਏ, ਮੈਨੂੰ ਨਾ ਦੱਸੋ। ਮੈਂ ਜੀਉ ਪਈ ਸਤਿਗੁਰੂ ਦੀ ਦਰਸ਼ਨ ਤਾਂਗ ਵਿੱਚ। ਮਿਲੇ ਅਵਸ਼ਯ ਮੋਹਿ ਬਿਸਵਾਸਾ, ਜੀਵਤ ਮੈਂ ਨਹਿ ਤਿਆਗ ਆਸਾ। ਨਾਹੀਂ ਤਾਂ ਮਰ ਕੇ ਮਿਲ ਹੋ ਜਾਏ, ਮੈਂ ਨਾ ਪਰਤਗਿਆ ਤਜੇ ਕਦਾਏ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਅੰਤਲਾ ਭਾਗ ਅਗਲੇ ਭਾਗ ਵਿੱਚ ਸੁਣਾਉਣ ਦਾ ਯਤਨ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।